ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਜੀ। ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋ ਗਏ ਹਾਂ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਤੁਹਾਡੇ ਨਾਲ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਅਹਿਮ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਦਿੱਲੀ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਰਫ਼ਤਾਰ ਜਿਹੜੀ ਆ ਤੇਜ਼ੀ ਨਾਲ ਵੱਧਦੀ ਪਈ ਆ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਸਵੀਕਾਰ ਕੀਤਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਦਿੱਲੀ 'ਚ ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਵੱਧ ਰਹੇ ਨੇ। ਦਿੱਲੀ ਦਾ ਮੁੱਖ ਮੰਤਰੀ ਵੀ ਮੰਨਿਆ, ਮੁੱਖ ਮੰਤਰੀ ਤੋਂ ਇੱਕ ਦਿਨ ਪਹਿਲਾਂ ਉਹਦਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੰਨ ਚੁੱਕਾ ਜੀ। ਅਜੇ ਹੋਰ ਵਧਣੇ ਆ, ਇਹ ਵੀ ਗੱਲ ਅਰਵਿੰਦ ਕੇਜਰੀਵਾਲ ਨੇ ਕਹਿਤੀ ਹੈ। ਪਰ ਇਕੱਲੇ ਦਿੱਲੀ 'ਚ ਨਹੀਂ, ਸਾਡੇ ਭਾਰਤ ਵਿੱਚ ਇਸ ਵੇਲੇ 4-5 ਸੂਬੇ ਆ ਜਿਨ੍ਹਾਂ 'ਚ ਇਹ ਸਥਿਤੀ ਬਹੁਤ ਖਰਾਬ ਹੈ ਜੀ। ਸਭ ਤੋਂ ਵੱਧ ਮਹਾਰਾਸ਼ਟਰ 'ਚ ਆ, ਜਿੱਥੇ 90,000 ਦੇ ਕਰੀਬ ਕੇਸ ਹੋ ਗਏ ਆ ਅਤੇ 3300 ਦੇ ਕਰੀਬ ਮੌਤਾਂ ਹੋ ਗਈਆਂ ਨੇ ਜੀ। ਦਿੱਲੀ ਵਿੱਚ ਕਿੰਨੀਆਂ? 900। ਅਜੇ ਚੌਥੇ ਹਿੱਸੇ ਦੇ ਨੇੜੇ ਫਿਰਦਾ। ਪਰ ਦਿੱਲੀ ਦੀ ਚਿੰਤਾ ਇਸ ਕਰਕੇ ਹੈ ਕਿ ਪਿਛਲੇ 15-20 ਦਿਨਾਂ 'ਚ ਕੇਸ ਬੜੇ ਤੇਜ਼ੀ ਨਾਲ ਵਧੇ ਅਤੇ ਮੌਤਾਂ ਵੀ ਤੇਜ਼ੀ ਨਾਲ ਹੋਈਆਂ ਜੀ। ਮਹਾਰਾਸ਼ਟਰ ਵਿੱਚ ਪਹਿਲਾਂ ਤੋਂ ਹੀ ਇਹ ਤੇਜ਼ੀ ਚੱਲਦੀ ਪਈ, ਇਸ ਕਰਕੇ ਮਹਾਰਾਸ਼ਟਰ ਦੀ ਕੋਈ ਚਿੰਤਾ ਨਹੀਂ ਕਰ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਰਾਜ ਗੁਜਰਾਤ ਹੈ, ਉੱਥੇ 1300 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ, ਉਹਦੀ ਵੀ ਕੋਈ ਚਿੰਤਾ ਨਹੀਂ ਕਰ ਰਿਹਾ। ਪੱਛਮੀ ਬੰਗਾਲ ਦੇ ਵਿੱਚ ਬੜੀ ਤੇਜ਼ੀ ਨਾਲ ਮੌਤਾਂ ਵੱਧ ਰਹੀਆਂ ਨੇ, ਉਹਦੇ ਨਾਲ ਜਿਹੜਾ ਉੱਤਰ ਪ੍ਰਦੇਸ਼ ਆ ਉਹਦੇ 'ਚ ਵੱਧ ਰਹੀਆਂ ਨੇ, ਤਾਮਿਲਨਾਡੂ 'ਚ ਵੱਧ ਰਹੀਆਂ ਨੇ ਜੀ। ਰਾਜਸਥਾਨ 'ਚ ਪਹਿਲਾਂ ਬਹੁਤ ਵਧੀਆਂ ਸੀ, ਹੁਣ ਕੰਟਰੋਲ ਹੋ ਰਹੀਆਂ ਨੇ ਜੀ। ਇਹ ਸਭ ਥਾਂ ਹੀ ਵੱਧ ਰਹੀਆਂ ਨੇ। ਆ ਸਾਡਾ ਪੰਜਾਬ ਆ 3-4 ਹੋ ਰਿਹਾ ਜਿੱਥੇ ਅਜੇ ਬਚਾਅ ਹੈ। ਪੰਜਾਬ ਵਿੱਚ ਬਦਕਿਸਮਤੀ ਨਾਲ ਅੱਜ ਇੱਕ ਮੌਤ ਹੋਰ ਹੋ ਗਈ ਹੈ, 56 ਹੋ ਗਈਆਂ ਨੇ ਜੀ। ਹੁਣ ਤੱਕ 56 ਮੌਤਾਂ ਨੇ ਔਰ ਇੱਥੇ ਕੇਸਾਂ ਦੀ ਗਿਣਤੀ ਵੀ ਅਜੇ ਤੱਕ 2700 ਤੋਂ ਥੋੜ੍ਹੀ ਜਿਹੀ ਉੱਪਰ ਹੈ। ਬਾਕੀ ਥਾਵਾਂ 'ਤੇ ਬਹੁਤ ਬੁਰਾ ਹਾਲ ਹੈ। ਖਾਸ ਤੌਰ 'ਤੇ ਆ ਜਿਹੜੇ ਮੈਂ ਕੁਝ ਸੂਬੇ ਗਿਣੇ ਜੀ, ਇਹ ਜਿਸ ਤਰ੍ਹਾਂ ਵੱਧਦੇ ਜਾਂਦੇ ਆ, ਜਿਹੜੇ ਵੀ ਦੇਸ਼ ਵਿੱਚ ਕਮਿਊਨਿਟੀ ਸਪਰੈਡ ਹੋ ਜਾਏ ਉੱਥੇ ਫਿਰ ਕੰਟਰੋਲ ਕਰਨਾ ਔਖਾ ਹੋ ਜਾਂਦਾ। ਦਿੱਲੀ ਦੇ ਵਿੱਚ, ਸਾਡੇ ਦੇਸ਼ ਵਿੱਚ ਨਹੀਂ ਪਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕਮਿਊਨਿਟੀ ਸਪਰੈਡ ਦੀ ਪੋਜੀਸ਼ਨ ਇਸ ਵੇਲੇ ਬਣੀ ਪਈ ਹੈ ਜੀ। ਮਹਾਰਾਸ਼ਟਰ ਸਾਰੇ ਵਿੱਚ ਨਹੀਂ ਪਰ ਉਹਨਾਂ ਦੇ ਮੁੰਬਈ ਦੇ ਵਿੱਚ ਬਣੀ ਪਈ ਹੈ। ਗੁਜਰਾਤ ਸਾਰੇ ਵਿੱਚ ਨਹੀਂ ਪਰ ਗੁਜਰਾਤ ਦੇ ਰਾਜਧਾਨੀ ਨਾਲ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਅਹਿਮਦਾਬਾਦ, ਉਹਦੇ 'ਚ ਬਣੀ ਪਈ ਜੀ। ਕੁਝ ਥਾਵਾਂ ਨੇ ਜਿਨ੍ਹਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਪਰ ਅਜੇ ਤੱਕ ਕੰਟਰੋਲ ਹੋ ਨਹੀਂ ਰਹੀਆਂ। ਕੇਂਦਰ ਸਰਕਾਰ ਨੂੰ ਤੇ ਰਾਜਾਂ ਦੀਆਂ ਸਰਕਾਰਾਂ ਨੂੰ ਆਪਸ ਵਿੱਚ ਤਾਲਮੇਲ ਕਰਕੇ ਚੱਲਣਾ ਚਾਹੀਦਾ ਜੀ। ਮਾੜੀ ਗੱਲ ਇਹ ਆ ਕਿ ਤਾਲਮੇਲ ਹੈ ਨਹੀਂ। ਜਿਹੜੀ ਮਹਾਰਾਸ਼ਟਰ 'ਚ ਸਭ ਤੋਂ ਵੱਧ ਮੁਸੀਬਤ ਹੈ, ਉੱਥੇ ਸਰਕਾਰ ਚਲਾਉਂਦੀਆਂ 3 ਪਾਰਟੀਆਂ, ਸ਼ਿਵ ਸੈਨਾ, ਕਾਂਗਰਸ ਤੇ NCP, ਅਤੇ ਭਾਜਪਾ ਦੇ ਲੀਡਰ ਰੋਜ਼ ਸਵੇਰੇ ਉੱਠ ਕੇ ਮਦਦ ਕਰਨ ਦੀ ਥਾਂ 'ਤੇ ਚਾਂਦਮਾਰੀ ਕਰਦੇ ਆ। ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਹੈ, ਉਹਦੇ ਉੱਤੇ ਹਮਲਾ ਕਰਨ ਜੋਗਾ ਕੋਈ ਉੱਥੇ ਹੈ ਹੀ ਨਹੀਂ ਜੀ। ਕਾਂਗਰਸ ਹੈ, ਉਹ ਆਪਣੇ ਬੰਦੇ ਲਕਾਉਂਦੀ ਫਿਰਦੀ ਆ ਕਿਉਂਕਿ ਇਹਨਾਂ ਨੇ ਪਿਛਲੇ 1 ਹਫ਼ਤੇ 'ਚ ਉਹਨਾਂ ਦੇ 3 MLA ਤੋੜ ਲਏ। ਇਹੋ ਜਿਹੇ ਮੌਕੇ ਜਦੋਂ ਗੁਜਰਾਤ ਦੀ ਸਰਕਾਰ ਨੂੰ ਕਰੋਨਾ ਵਾਇਰਸ ਦੇ ਕੇਸ ਤੇ ਮੌਤਾਂ ਸੰਭਾਲਣ 'ਤੇ ਜ਼ੋਰ ਲਾਉਣਾ ਚਾਹੀਦਾ, ਉਸ ਮੌਕੇ 'ਤੇ ਉਹਨਾਂ ਦਾ ਜ਼ੋਰ ਕਾਂਗਰਸ ਦੇ ਬੰਦੇ ਤੋੜਨ 'ਤੇ ਲੱਗਾ ਪਿਆ ਜੀ। ਤੇ ਫਿਰ ਇੱਧਰ ਧਿਆਨ ਕੌਣ ਦੇਵੇਗਾ? ਤੁਹਾਨੂੰ ਸਾਹਿਬ, ਰਾਜਸਥਾਨ ਦੀ ਵੀ ਜਿਹੜੀ ਸਰਹੱਦ ਸੀ ਉਹ ਵੀ ਸੀਲ ਕਰ ਦਿੱਤੀ ਹੈ ਨਾਲ। ਰਾਜਸਥਾਨ ਦੀ ਸਰਕਾਰ ਨੇ ਸਰਹੱਦ ਸੀਲ ਕੀਤੀ ਹੈ ਕਿ ਆਸੇ-ਪਾਸੇ ਤੋਂ ਕੇਸ ਆਉਂਦੇ ਆ, ਉਹਨਾਂ ਨੂੰ ਸਾਡੇ ਤੋਂ ਖਤਰਾ ਤੇ ਹੋ ਨਹੀਂ ਸਕਦਾ ਜੀ, ਕਿਉਂਕਿ ਰਾਜਸਥਾਨ 'ਚ ਜਿੰਨੇ ਕੇਸ ਹੋਏ ਆ ਸਾਡੇ ਕੋਲ ਤਾਂ ਉਹਦਾ ਚੌਥਾ ਹਿੱਸਾ ਵੀ ਨਹੀਂ। ਸਾਡੇ ਮੌਤਾਂ ਜਿਹੜੀਆਂ ਨੇ ਰਾਜਸਥਾਨ ਦੇ ਵਿੱਚ ਹੁਣ ਤੱਕ 250 ਮੌਤਾਂ ਹੋ ਚੁੱਕੀਆਂ, ਸਾਡੇ ਕੋਲ ਕਿੰਨੀਆਂ ਨੇ? 56। ਅਸੀਂ ਤਾਂ ਚੌਥੇ ਹਿੱਸੇ ਤੋਂ ਵੀ ਘੱਟ। ਸਾਥੋਂ ਉਹਨੂੰ ਖਤਰਾ ਨਹੀਂ, ਹਰਿਆਣੇ ਤੋਂ ਉਹਨੂੰ ਖਤਰਾ ਨਹੀਂ, ਉਹਨੂੰ ਖਤਰਾ ਸਭ ਤੋਂ ਵੱਧ ਗੁਜਰਾਤ ਤੋਂ ਆ ਕਿਉਂਕਿ ਗੁਜਰਾਤ ਵਿੱਚ ਬਹੁਤ ਬਿਮਾਰੀ ਫੈਲ ਗਈ ਜੀ। ਦੂਜਾ ਉਹਨੂੰ ਉੱਤਰ ਪ੍ਰਦੇਸ਼ ਤੋਂ, ਤੀਜਾ ਉਹਨੂੰ ਮੱਧ ਪ੍ਰਦੇਸ਼ ਤੋਂ। ਉੱਧਰੋਂ ਉਹ ਬਾਰਡਰ ਆਪਣੇ ਸੀਲ ਕਰਦਾ ਕਰ ਲਵੇ। ਅੱਗੇ ਦਿੱਲੀ ਵਾਲਿਆਂ ਵੀ ਤਾਂ ਕੀਤੇ ਸੀ। ਬਾਰਡਰਾਂ ਦੇ ਸੀਲ ਕਰਨ ਨਾਲ ਕਿੰਨਾ ਕੁ ਫਰਕ ਪਿਆ ਜੀ। ਜੇ ਅੰਦਰ ਕਿਸੇ ਥਾਂ ਦੇ ਉੱਤੇ ਬਿਮਾਰੀ ਵੱਧ ਜਾਂਦੀ ਹੈ, ਕੰਟਰੋਲ ਨਹੀਂ ਹੋ ਰਹੀ, ਫਿਰ ਤਾਂ ਇੱਕ ਦੂਜੇ ਨੂੰ ਦੋਸ਼ ਦੇਣ ਵਾਲੀ ਗੱਲ ਹੈ। ਪਹਿਲਾਂ ਹਰਿਆਣੇ ਨੇ ਤੇ UP ਨੇ ਬਾਰਡਰ ਸੀਲ ਕੀਤੇ, ਦਿੱਲੀ ਨੂੰ ਚੜਾਉਂਦੇ ਸੀ ਕੇਜਰੀਵਾਲ ਨੂੰ। ਜਦੋਂ ਕੇਜਰੀਵਾਲ ਨੇ 1 ਹਫ਼ਤੇ ਲਈ ਸੀਲ ਕਰਤੇ, ਮੁੜ ਕੇ ਇਹੋ ਹੀ ਭੱਜੇ, ਨਹੀਂ ਜੀ ਅਸੀਂ ਆਪਣੇ ਬਾਰਡਰ ਖੋਲ੍ਹ ਦਿੰਦੇ ਹਾਂ। ਉਹ ਕਹਿੰਦਾ ਹੁਣ ਖੋਲ੍ਹਿਆ ਤੁਹਾਨੂੰ ਖਤਰਾ ਨਹੀਂ ਗਾ, ਪਹਿਲਾਂ ਤੁਸੀਂ ਕਹਿੰਦੇ ਸੀ ਬੰਦ ਕਰਨੇ, ਕਰ ਲਈਏ ਬੰਦ। UP ਦੇ ਵਿੱਚ ਵੀ ਤਾਂ ਬਹੁਤ ਕੁਝ ਹੋ ਰਿਹਾ ਜੀ। ਇਸ ਕਰਕੇ ਰਾਜਸਥਾਨ ਦੀ ਸਰਕਾਰ ਜੇ ਬਾਰਡਰ ਸੀਲ ਕਰਦੀ ਹੈ ਤੇ ਇਹ ਸਮਝ ਲੈਣਾ ਚਾਹੀਦਾ ਕਿ ਰਾਜਸਥਾਨ ਦੀ ਸਰਕਾਰ ਸੱਚਮੁੱਚ ਇਸ ਬਿਮਾਰੀ ਤੋਂ ਇਸ ਵੇਲੇ ਕੁਝ ਘਬਰਾਹਟ ਮਹਿਸੂਸ ਕਰ ਰਹੀ ਹੈ
ਸਾਡੇ ਪੰਜਾਬ ਦੀ ਸਰਕਾਰ ਨੇ ਘਬਰਾਹਟ ਨਹੀਂ ਮਹਿਸੂਸ ਕੀਤੀ। ਜੀ ਪਰ ਸਭ ਤੋਂ ਪਹਿਲੇ ਪੜਾਅ 'ਤੇ ਜਦੋਂ ਨਰਿੰਦਰ ਮੋਦੀ ਨੇ ਸਾਰੇ ਦੇਸ਼ 'ਚ ਲਾਕਡਾਊਨ ਕੀਤਾ, ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਸੀ। ਕਰਫਿਊ ਲਾਕਡਾਊਨ ਤੋਂ ਜ਼ਿਆਦਾ ਸਖਤ ਹੁੰਦਾ। ਜੀ ਉਹ ਲਾਇਆ ਇਸ ਕਰਕੇ ਸੀ ਕਿ ਲੋਕੀ ਘਰਾਂ 'ਚ ਤਰ ਜਾਣ। ਲੋਕੀ ਫਿਰ ਵੀ ਹਟਦੇ ਨਹੀਂ ਸੀ, ਜਿਹੜੇ ਬਾਜ਼ਾਰਾਂ 'ਚ ਆਏ ਕੁੱਟ ਖਾਧੀ, ਬੇਇੱਜ਼ਤੀ ਕਰਾਈ। ਅਸੀਂ ਇਹ ਕਹਿੰਦੇ ਸਾਂ ਕਿ ਪੁਲਿਸ ਜ਼ਿਆਦਤੀ ਕਰਦੀ ਹੈ, ਜੀ ਪਰ ਜੇ ਉਸ ਵਕਤ ਪੁਲਿਸ ਨੇ ਸਖਤੀ ਨਾ ਕੀਤੀ ਹੁੰਦੀ, ਜ਼ਿਆਦਤੀ ਕਰਨਾ ਵੱਖਰੀ ਗੱਲ ਹੈ, ਪੁਲਿਸ ਵਾਲਿਆਂ ਨੂੰ ਇਹ ਹੱਕ ਕਿਸੇ ਨੇ ਨਹੀਂ ਦਿੱਤਾ ਕਿ ਲੋਕਾਂ ਨੂੰ ਸੜਕ 'ਤੇ ਲੇਟਣੀਆਂ ਲਵਾਉਣ, ਕੰਨ ਫੜਾ ਕੇ ਬੈਠਕਾਂ ਕਢਾਉਣ, ਉਹਨਾਂ ਨੂੰ ਮੂੰਹ ਸਿੱਧੇ ਕਰਕੇ ਤੇ ਸੜਕ 'ਤੇ ਰਿੜ੍ਹਦੇ ਫਿਰਨ। ਇਹ ਸਾਰਾ ਕੁਝ ਗਲਤ ਕੀਤਾ ਸੀ। ਪਰ ਉਸ ਵਕਤ ਜੇ ਸਖਤੀ ਨਾ ਕੀਤੀ ਜਾਂਦੀ, ਪੰਜਾਬ ਨਹੀਂ ਸੀ ਬਚ ਸਕਦਾ। ਜੀ ਹੁਣ ਜੇ ਰਾਜਸਥਾਨ ਸਰਕਾਰ ਵੀ ਆਪਣੇ ਰਾਜ ਨੂੰ ਬਚਾਉਣ ਵਾਸਤੇ ਸਖਤੀ ਕਰਦੀ ਪਈ ਹੈ, ਤੇ ਅਸੀਂ ਉਹਨੂੰ ਗਲਤ ਨਹੀਂ ਕਹਿ ਸਕਦੇ। ਜਿਹੜੇ ਦੇਸ਼ ਜਿਹੜੇ ਰਾਜ ਦੇ ਵਿੱਚ ਸਥਿਤੀ ਬਣੀ ਹੈ, ਜਾਂ ਜਿਹੜੇ ਸ਼ਹਿਰ 'ਚ ਬਣੀ ਹੈ, ਉੱਥੇ ਇਹੋ ਕੁਝ ਕਰਨਾ ਪਿਆ ਜੋ ਕਰਦੇ ਪਏ ਆ, ਔਰ ਦਿੱਲੀ ਵਿੱਚ ਵੀ ਇਹੋ ਕੁਝ ਕਰਨਾ ਪੈਣਾ, ਨਹੀਂ ਤੇ ਦਿੱਲੀ ਬਚ ਨਹੀਂ ਸਕਦੀ। ਜੀ ਬਿਲਕੁਲ। ਪਰ ਸਾਹਿਬ, ਕਰੋਨਾ ਵਾਇਰਸ ਦੀ ਮੰਦੀ ਦੇ ਚੱਲਦਿਆਂ ਇੱਕ 에ਅਰਲਾਈਨਸ ਨੇ ਆਪਣੇ 600 ਤੋਂ ਵੱਧ ਪਾਇਲਟਾਂ ਨੂੰ ਕੱਢ ਦਿੱਤਾ ਤੇ 6500 ਦੇ ਕਰੀਬ ਕਰੂ ਮੈਂਬਰ ਵੀ ਕੱਢ ਦਿੱਤੇ ਆ। ਕੀ ਇਹਦਾ ਅਸਰ ਹੋਰ ਵੀ 에ਅਰਲਾਈਨਸ ਦੇ ਉੱਪਰ ਪੈ ਸਕਦਾ? ਇਹ ਤਾਜ਼ਾ ਖਬਰ ਐਮੀਰੇਟਸ ਬਾਰੇ ਹੈ, ਜਿੰਨਾ ਕਿ ਮੈਨੂੰ ਪਤਾ। ਜੀ ਜਿਹੜੀ ਐਮੀਰੇਟਸ ਨੇ ਉਹਨਾਂ ਨੇ ਹੁਣ ਕੱਢਿਆ, ਇਹ ਤੋਂ ਪਹਿਲਾਂ ਜਿਹੜੀ ਬਰਤਾਨੀਆ ਵਾਲਿਆਂ ਦੀ ਬ੍ਰਿਟਿਸ਼ ਏਅਰਵੇਜ਼ ਹੈ, ਇੰਨੀ ਪੁਰਾਣੀ ਹੈ ਔਰ ਐਡੀ ਟਾਪ ਕਲਾਸ ਏਅਰਲਾਈਨ ਹੈ, ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਕੱਢੇ ਸਨ। ਸਾਡੀਆਂ ਭਾਰਤ ਦੀਆਂ 3-4 ਏਅਰਲਾਈਨਾਂ ਨੇ ਮੁਲਾਜ਼ਮ ਕੱਢੇ ਸਨ। ਆਖਿਆ ਸੀ ਅਸੀਂ ਇਹਨਾਂ 'ਚ ਵਿਹਲੇ ਬੈਠਿਆਂ ਨੂੰ ਤਨਖਾਹਾਂ ਨਹੀਂ ਦੇ ਸਕਦੇ, ਜਹਾਜ਼ ਤਾਂ ਜ਼ਮੀਨ 'ਤੇ ਖੜੇ ਉੱਡ ਨਹੀਂ ਰਹੇ। ਹੁਣ ਅੱਗੋਂ ਵੀ ਜਦੋਂ ਪਤਾ ਕਿ ਰੈਗੂਲਰ ਫਲਾਈਟਸ ਚੱਲਦਿਆਂ ਅਜੇ ਮਹੀਨਾ ਡੇਢ ਮਹੀਨਾ ਲੱਗ ਜਾਣਾ, ਜਦੋਂ ਫਲਾਈਟਾਂ ਚੱਲਣੀਆਂ ਉਦੋਂ ਵੀ ਸਮੱਸਿਆ ਇਹ ਹੈ ਕਿ ਲੋਕਾਂ ਨੇ ਡਰਦੇ ਆਉਣਾ ਤੇ ਬੈਠਣਾ, ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ। ਜਿਹੜੇ ਬੈਠਣੇ ਆ ਉਹ ਤਾਂ ਇਸ ਵੇਲੇ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ, ਬਾਕੀ ਕੰਪਨੀਆਂ ਨਹੀਂ ਚਲਾ ਰਹੀਆਂ, ਕਿਉਂਕਿ ਰੋਡਵੇਜ਼ ਦੀਆਂ ਬੱਸਾਂ 'ਚ 52 ਸਵਾਰੀਆਂ ਦੀ ਥਾਂ ਤੇ 25 ਸਵਾਰੀਆਂ ਲੈ ਕੇ ਜਾਂਦੇ ਨੇ, ਬਾਕੀ 5 ਸੀਟਾਂ ਖਾਲੀ ਜਾਣੀਆਂ ਨੇ ਤੇ ਘਾਟਾ ਪਏਗਾ। ਇਸੇ ਤਰ੍ਹਾਂ ਹੀ ਏਅਰਲਾਈਨਾਂ ਦੇ ਵਿੱਚ ਵੀ ਜਦੋਂ ਦੋ ਦੇ ਵਿਚਾਲੇ ਇੱਕ ਸਵਾਰੀ ਖਾਲੀ, ਦੋ ਦੇ ਵਿਚਾਲੇ ਇੱਕ ਖਾਲੀ, ਇੱਕ ਸੀਟ ਖਾਲੀ ਛੱਡਣੀ ਪੈ ਰਹੀ ਹੈ। ਇਹਦਾ ਮਤਲਬ ਇਹ ਆ ਕਿ ਜੇ 300 ਮੁਸਾਫਰਾਂ ਵਾਲਾ ਜਹਾਜ਼ ਹੈ ਤੇ 200 ਜਾਂ 200 ਤੋਂ ਘੱਟ ਜਾਣਗੇ, 100 ਸੀਟਾਂ ਤੇ ਖਾਲੀ ਰਹਿਣਗੀਆਂ, ਤੇ ਇੰਨੀਆਂ ਘੱਟ ਸੀਟਾਂ ਨਾਲ ਜਹਾਜ਼ ਉਡਾ ਕੇ ਤੇ ਖਰਚੇ ਕਿੱਦਾਂ ਪੂਰੇ ਕਰਨੇ ਆ? ਜੀ ਉਹਨਾਂ ਨੇ ਇਸ ਕਰਕੇ ਰੁਕ ਕੇ ਫਲਾਈਟਾਂ ਚਲਾਉਣੀਆਂ। ਜਦੋਂ ਰੁਕ ਕੇ ਚਲਾਉਣੀਆਂ, ਲੋਕ ਵੀ ਥੋੜ੍ਹੇ ਹੋਣੇ ਆ, ਔਰ ਚੱਲਣੀਆਂ ਵੀ ਅਜੇ ਦੇਸ਼ 'ਚ ਆ। ਦੂਸਰੇ ਦੇਸ਼ਾਂ ਨੂੰ ਆਉਣ ਜਾਣ ਤੇ ਅਜੇ ਖੁੱਲ੍ਹਾ ਹੀ ਨਹੀਂ, ਸਿਰਫ ਸਪੈਸ਼ਲ ਫਲਾਈਟਸ ਚੱਲਦੀਆਂ ਨੇ, ਹਰ ਕੋਈ ਦੇਸ਼ ਆਪਣੇ ਬੰਦੇ ਮੰਗਾ ਰਿਹਾ, ਉਹ ਚੱਲਦੀਆਂ, ਬਾਕੀ ਕੋਈ ਨਹੀਂ ਚੱਲ ਰਹੀਆਂ। ਤੇ ਫਿਰ ਇੰਨਾ ਚਿਰ ਮੁਲਾਜ਼ਮਾਂ ਨੂੰ ਕਿੱਦਾਂ ਤਨਖਾਹਾਂ ਦੇਣਗੇ? ਐਮੀਰੇਟਸ ਵਰਗੀਆਂ ਜਿਹੜੀਆਂ ਏਅਰਲਾਈਨਾਂ ਨੇ, ਜਿਨ੍ਹਾਂ ਦਾ ਬਹੁਤ ਵਜ੍ਹਾ ਹੁੰਦਾ ਸੀ, ਜੇ ਉਹ ਵੀ ਇਸ ਦਬਾਅ ਥੱਲੇ ਆ ਗਈਆਂ ਨੇ ਕਿ ਅਸੀਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਸਕਦੇ, ਤੇ ਇਹਨਾਂ ਨੂੰ ਫਾਇਰ ਕਰ ਦਿਓ, ਬਾਹਰ ਕੱਢ ਦਿਓ। ਤੇ ਫਿਰ ਸਾਡੇ ਭਾਰਤ ਵਿੱਚ ਜਿਹੜੀਆਂ ਏਅਰਲਾਈਨਾਂ ਸੀ, ਜਿਨ੍ਹਾਂ ਤੋਂ ਅਸੀਂ ਰੌਲਾ ਪਾਉਂਦੇ ਸਾਂ ਕਿ ਇਹਨਾਂ ਨੇ ਇੱਦਾਂ ਕਿਉਂ ਕੀਤਾ, ਉਹ ਤਾਂ ਫਿਰ ਹੁਣ ਮੰਨਣਾ ਪਏਗਾ ਕਿ ਇਹਨਾਂ ਦੀ ਵੀ ਮਜਬੂਰੀ ਹੋ ਸਕਦੀ ਹੈ। ਜੇ ਇਹਨਾਂ ਦੀ ਗੱਲ ਛੱਡੋ, ਕਿਉਂਕਿ ਜਹਾਜ਼ ਬਥੇਰੇ ਖੜੇ ਨੇ, ਹੁਣ ਉੱਡ ਨਹੀਂ ਰਹੇ, ਤੇ ਜੇ ਉੱਡ ਨਹੀਂ ਰਹੇ, ਅਜੇ ਪਹਿਲੇ ਹੀ ਖੜੇ ਨੇ, ਤੇ ਕੰਪਨੀਆਂ ਹੋਰ ਜਹਾਜ਼ ਕਾਹਨੂੰ ਖਰੀਦਣਗੀਆਂ? ਤੇ ਜੇ ਖਰੀਦਣਗੀਆਂ ਨਾ, ਤੇ ਜਿਹੜੇ ਬੋਇੰਗ ਵਾਲੇ ਜਹਾਜ਼ ਬਣਾਉਂਦੇ ਪਏ ਆ, ਉਹ ਵੇਚਣਗੇ ਕਿਹਨੂੰ? ਉਹਨਾਂ ਨੇ ਬਣਾਉਣੇ ਬੰਦ ਕਰ ਦਿੱਤੇ ਆ। ਉਹਨਾਂ ਨੇ ਆਪਣੇ ਹਜ਼ਾਰਾਂ ਦੀ ਗਿਣਤੀ 'ਚ ਮੁਲਾਜ਼ਮ ਕੱਢ ਦਿੱਤੇ ਆ। ਜੀ ਬਿਲਕੁਲ, ਕਿ ਕੰਮ ਹੀ ਬੰਦ ਹੈ ਜੀ, ਜਹਾਜ਼ ਤਾਂ ਬਣ ਨਹੀਂ ਰਿਹਾ, ਤੇ ਤੁਹਾਨੂੰ ਅਸੀਂ ਇੱਥੇ ਰੱਖ ਕੇ ਕੀ ਕਰੀਏ? ਜੇ ਇਹ ਬਣਾ ਵੀ ਦਈਏ, ਜਹਾਜ਼ ਕਿਸੇ ਨੇ ਖਰੀਦਣੇ ਨਹੀਂ। ਔਰ ਮੈਨੂੰ ਲੱਗਦਾ ਅਗਲੇ 2 ਸਾਲਾਂ ਤੱਕ ਤਾਂ ਜਹਾਜ਼ ਕਿਸੇ ਨੇ ਖਰੀਦਣਾ ਹੀ ਨਹੀਂ। ਜੀ ਜੰਗੀ ਜਹਾਜ਼ ਭਾਵੇਂ ਸਰਕਾਰਾਂ ਖਰੀਦਣ, ਬਾਕੀ ਤਾਂ ਕੋਈ ਕਿਸੇ ਨੇ ਖਰੀਦਣੇ ਨਹੀਂ, ਤੇ ਫਿਰ ਕੀ ਕਰਨਗੇ ਬਣਾ ਕੇ? ਇਹ ਸਾਰੀ ਮਜਬੂਰੀ ਉਹਨਾਂ ਦੀ ਹੈ। ਇਹੀ ਮਜਬੂਰੀ ਐਮੀਰੇਟਸ ਦੀ ਹੈ। ਇਹ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਏਅਰਲਾਈਨਸ ਆਪਣੇ ਬੰਦੇ ਕੱਢ ਚੁੱਕੀਆਂ ਨੇ। ਜੀ ਤੁਹਾਨੂੰ ਸਾਹਿਬ, ਇੱਕ ਖਬਰ ਉੱਤਰ ਪ੍ਰਦੇਸ਼ ਤੋਂ ਆ ਰਹੀ ਆ, ਉੱਥੇ ਕਿਸਾਨ ਪਰਿਵਾਰ ਆ, ਉਹਨਾਂ ਦਾ ਉਜਾੜਾ ਹੋ ਰਿਹਾ ਜਾਂ ਕੀਤਾ ਜਾ ਰਿਹਾ, ਇਹਦੇ ਬਾਰੇ ਪੂਰਾ ਸਮਝਾਓ। ਮੇਰੀ ਜਾਣਕਾਰੀ ਹੈ ਕਿ 500 ਤੋਂ ਵੱਧ ਨੇ ਤੇ 600 ਤੋਂ ਘੱਟ ਨੇ ਉਹ ਕਿਸਾਨ ਪਰਿਵਾਰ, ਜਿਹੜੇ 1948 'ਚ ਉੱਥੇ ਜਾ ਕੇ ਵਸੇ ਸਨ। ਜੀ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਗਏ ਸੀ। ਉਦੋਂ ਉੱਥੇ ਜੰਗਲ ਹੁੰਦੇ ਸਨ। ਹੁਣ ਸਰਕਾਰਾਂ ਕਹਿੰਦੀਆਂ ਨੇ ਜੰਗਲ ਬਚਾਓ, ਬੂਟਾ ਕੱਟਣਾ ਕੋਈ ਨਹੀਂ। ਜੀ ਉਦੋਂ ਇਹ ਆਖਿਆ ਗਿਆ ਸੀ ਕਿ ਯੂਪੀ ਵਾਲੇ ਇਹਨਾਂ ਜੰਗਲਾਂ ਨੂੰ ਸਾਫ਼ ਕਰਨ ਜੋਗੇ ਨਹੀਂ, ਤੁਸੀਂ ਜੰਗਲ ਵੱਢ ਕੇ ਇਹਨਾਂ ਜ਼ਮੀਨਾਂ ਨੂੰ ਆਬਾਦ ਕਰੋ, ਖੇਤੀ ਵਾਲੀਆਂ ਬਣਾਓ। ਪੰਜਾਬੀ ਕਿਸਾਨ ਗਏ, ਇਹਨਾਂ ਨੇ ਉੱਥੇ ਜਾ ਕੇ ਜੰਗਲ ਫਸਾਏ। ਇਹੋ ਜਿਹੇ ਕਹਾਣੀਆਂ ਉੱਥੋਂ ਸੁਣਦੇ ਆ ਕਿ ਕੋਈ ਪੰਜਾਬੀ ਕਿਸਾਨ ਖੇਤਾਂ 'ਚ ਹਲ ਵਾਹੁੰਦਾ ਸੀ ਤੇ ਬਲਦ ਖੜੇ ਰਹਿ ਗਏ, ਤੇ ਉਹਨੂੰ ਕਿਸਾਨ ਨੂੰ ਸ਼ੇਰ ਚੁੱਕ ਕੇ ਲੈ ਗਿਆ, ਬਘਿਆੜ ਚੁੱਕ ਕੇ ਲੈ ਗਿਆ। ਇੱਦਾਂ ਵੀ ਕਿਸਾਨ ਮਰਦੇ ਰਹੇ, ਸੱਪ ਲੜ ਕੇ ਬਹੁਤ ਮਰੇ। ਉੱਥੇ ਹਰ ਕਿਸਮ ਦੇ ਜਾਨਵਰਾਂ ਤੋਂ ਕਿਸਾਨ ਮਰਦੇ ਰਹੇ। ਬਹੁਤ ਔਖੇ ਉਹਨਾਂ ਨੇ ਉਹ ਜਿਹੜੇ ਜੰਗਲ ਸੀ ਵੱਢ ਕੇ ਤੇ ਜ਼ਮੀਨਾਂ ਆਬਾਦ ਕੀਤੀਆਂ ਸਨ। ਫਿਰ 1964 'ਚ ਉੱਥੋਂ ਦੀ ਸਰਕਾਰ ਨੇ, ਸਰਕਾਰ ਉਦੋਂ ਕਾਂਗਰਸ ਦੀ ਸੀ, ਉਹਨਾਂ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਮਾਲਕੀ ਹੱਕ ਦੇ ਦਿਓ। ਮਾਲਕੀ ਹੱਕ ਮਿਲ ਗਏ।
ਤੀਜੀ ਪੀੜ੍ਹੀ ਆ ਗਈ 1980 ਚ ਉੱਥੇ ਮੁਰੱਬੇਬੰਦੀ ਹੋਈ। ਜੀ ਮੁਰੱਬੇਬੰਦੀ ਆ ਨਵੀਂ ਜਨਰੇਸ਼ਨ ਵਾਲਾ ਨਹੀਂ ਪਤਾ ਕੀ ਹੁੰਦੀ ਹੈ। ਉਹ ਇਹ ਸੀ ਮੁਰੱਬਾ ਕਹਿੰਦੇ ਆ ਸਕੇਅਰ ਨੂੰ। ਜੀ ਉਹਦੇ ਵਿੱਚ ਮਤਲਬ 5 ਏਕੜ ਇੱਧਰ ਨੂੰ ਪਾ ਲਓ 5 ਏਕੜ ਇੱਧਰ ਨੂੰ ਪਾ ਲਓ, ਬਿਲਕੁਲ ਸਕੇਅਰ। ਹੁਣ ਪਹਿਲੇ ਕੀ ਹੁੰਦੇ ਸੀ ਕਿ ਖੇਤ ਵੰਡ ਹੁੰਦਿਆਂ ਇੱਕ ਐ ਨੂੰ ਬਣ ਕੇ ਐ ਟੇਢਾ ਤਕੋਣ ਬਣ ਗਿਆ, ਇੱਕ ਚੌਕੋਰ ਬਣ ਗਿਆ, ਇੱਕ ਗੁੜਾਈ 'ਚ ਖੇਤ ਬਣ ਗਿਆ। ਅੱਡੋ ਅੱਡੇ ਨੂੰ ਆਮ ਪੰਜਾਬੀ ਬੋਲੀ 'ਚ ਵੰਗਾਂ ਕਹਿੰਦੇ ਹੁੰਦੇ ਸੀ। ਜੀ ਵੰਗਾਂ ਹੁੰਦੀਆਂ ਚੱਲਦੀਆਂ। ਤੁਸੀਂ ਕਦੇ ਪਹਾੜਾਂ 'ਚ ਜਾਓ, ਪਹਾੜੀਆਂ ਕੱਟ ਕੇ ਗੋਲ ਮੋੜ ਜੀ ਖੇਤੀ ਜਿਹੜੀ ਕੀਤੀ, ਜਿਹਨੂੰ ਟੈਰਿਸ ਗਾਰਡਨ ਕਹਿੰਦੇ ਆ, ਜਿੱਦਾਂ ਦੇ ਉਹ ਖੇਤ ਹੁੰਦੇ ਉੱਦਾਂ ਦੇ ਸਾਡੇ ਪੰਜਾਬ ਸੀ, ਉੱਦਾਂ ਦੇ ਭਾਰਤ ਵਿੱਚ ਬਾਕੀ ਥਾਵਾਂ 'ਤੇ ਸੀ। ਉਦੋਂ ਫਿਰ ਇਹਨੂੰ ਮੁਰੱਬੇਬੰਦੀ ਕੀਤੀ। ਕੋਈ ਮੁਰੱਬੇਬੰਦੀ ਕਹਿੰਦਾ, ਕੋਈ ਚੱਕਬੰਦੀ ਕਹਿੰਦਾ। ਉਹ 'ਚ ਦੋ ਲਕੀਰਾਂ ਖਿੱਚੀਆਂ ਗਈਆਂ, ਇੱਕ ਚੜ੍ਹਦੇ ਤੋਂ ਲਹਿੰਦੇ ਨੂੰ, ਇੱਕ ਉੱਤਰ ਤੋਂ ਦੱਖਣ ਨੂੰ। ਜੀ ਔਰ ਉਹਦੇ 'ਚ 25 ਕਿੱਲਿਆਂ ਦਾ ਮੁਰੱਬਾ ਬਣਾਇਆ ਗਿਆ। 5 ਕਿੱਲਿਆਂ ਦੀ ਲਾਈਨ ਇੱਧਰ ਨੂੰ ਜਾਂਦੀ ਹੈ ਅਤੇ 5 ਲਾਈਨਾਂ ਜਿਹੜੀਆਂ ਉਹਨਾਂ ਦਾ ਮੁਰੱਬਾ, ਉੱਥੇ ਇੱਕ ਬੁਰਜੀ, ਉੱਥੇ ਉਹ ਮੁਰੱਬਿਆਂ ਦੀਆਂ ਬੁਰਜੀਆਂ ਲੱਗ ਗਈਆਂ। ਉਹਨੂੰ ਕਹਿੰਦੇ ਸੀ ਮੁਰੱਬੇਬੰਦੀ। ਜਦੋਂ 1980 'ਚ ਯੂਪੀ 'ਚ ਮੁਰੱਬੇਬੰਦੀ ਹੋਈ, ਇਹਨਾਂ ਕਿਸਾਨਾਂ ਨੂੰ ਮਾਲਕ ਮੰਨ ਕੇ ਉਹਨਾਂ ਜ਼ਮੀਨਾਂ ਦੇ ਇੰਤਕਾਲ ਮਾਲਕੀ ਦੇ ਵੀ ਇਹਨਾਂ ਦੇ ਨਾਂ ਹੋ ਗਏ। ਹੁਣ ਪਿਛਲੇ ਸਮੇਂ 'ਚ ਯੂਪੀ 'ਚ ਆ ਗਈ ਹੈ ਨਵੀਂ ਸਰਕਾਰ। ਜੀ ਇਹਨਾਂ ਨੇ ਆ ਕੇ ਮਾਲਕੀ ਦੇ ਇੰਤਕਾਲ ਰੱਦ ਕਰ ਦਿੱਤੇ, ਆਖਿਆ ਚਲੇ ਜਾਓ। ਉਹ ਕਿਸਾਨ ਕਹਿੰਦੇ ਅਸੀਂ ਹੁਣ ਕਿੱਥੇ ਚੱਲ ਜਾਈਏ, 3 ਪੀੜ੍ਹੀਆਂ ਤੁਸੀਂ ਇੱਥੇ ਮਾਲਕ। ਉਹਨਾਂ ਦੀ ਗੰਨੇ ਦੀ ਫਸਲ ਖੜੀ ਸੀ। ਫਾਰੈਸਟ ਡਿਪਾਰਟਮੈਂਟ ਵਾਲੇ ਆ ਗਏ, ਕਹਿੰਦੇ ਜੀ ਇਹ ਤਾਂ ਕਾਗਜ਼ਾਂ 'ਚ ਜੰਗਲ ਹੈ। ਉਹ ਕਹਿੰਦੇ ਜੰਗਲ ਕਿੱਦਾਂ, ਸਾਡੇ ਨਾਂ 'ਤੇ ਇੰਤਕਾਲ ਨੇ। ਸਰਕਾਰ ਨਹੀਂ ਮੰਨਦੀ। ਜੀ ਜਦੋਂ ਆਏ ਜ਼ਮੀਨਾਂ ਵਾਹੁਣ ਲੱਗੇ ਤੇ ਇਹਨਾਂ ਨੇ ਅੱਗੇ ਹੋ ਕੇ ਰੋਕਿਆ। ਉਹਨਾਂ ਨੇ ਫਿਰ ਨਾਲੇ ਤੇ ਕਿਸਾਨਾਂ ਨੂੰ ਕੁੱਟਿਆ, ਨਾਲੇ ਘਰਾਂ 'ਚ ਵੜ ਕੇ ਕਿਸਾਨ ਕਹਿੰਦੇ ਆ ਕਿ ਔਰਤਾਂ ਦੀ ਵੀ ਬੇਇੱਜ਼ਤੀ ਕੀਤੀ ਹੈ। ਉਲਟਾ ਹੋਇਆ ਇਹ ਕਿ ਮੁਕੱਦਮਾ ਵੀ ਇਹਨਾਂ 'ਤੇ ਦਰਜ ਕਰਤਾ। ਹੁਣ ਇਹ ਤੀਸਰਾ ਕੇਸ ਹੋ ਗਿਆ। ਜੀ ਪਹਿਲਾਂ ਕੀ ਸੀ, ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਸੀ। ਜਿਹੜੇ ਕਿਸਾਨਾਂ ਨੂੰ 1965 ਦੀ ਜੰਗ ਤੋਂ, ਪਾਕਿਸਤਾਨ ਵਾਲੀ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਉੱਥੇ ਲੈ ਕੇ ਗਿਆ ਸੀ ਤੇ ਵਸਾਇਆ ਸੀ ਕਿ ਗੁਜਰਾਤ ਦੀ ਬਾਰਡਰ ਵਾਲੀ ਬੈਲਟ ਦੇ ਉੱਤੇ ਪੰਜਾਬੀ ਕਿਸਾਨ ਚਾਹੀਦੇ ਆ, ਕਿਉਂਕਿ ਪਾਕਿਸਤਾਨ ਨਾਲ ਜੰਗ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਫੌਜ ਦੀ ਬਹੁਤ ਮਦਦ ਕੀਤੀ ਸੀ। ਜੀ ਤੇ ਸ਼ਾਸਤਰੀ ਨੇ ਆਖਿਆ ਕਿ ਪੰਜਾਬੀ ਕਿਸਾਨ ਉੱਥੇ ਵਸਾਉਣੇ, ਵਸਾਤੇ ਸੀ। ਨਰਿੰਦਰ ਮੋਦੀ ਸਰਕਾਰ ਨੇ ਆਖਿਆ ਨਹੀਂ ਵਸਣ ਦੇਣੇ, ਉਜਾੜਾ ਕਰਤਾ। ਕੇਸ ਅਦਾਲਤ ਵਿੱਚ ਗਿਆ, ਉਹ ਹੇਠੋਂ ਜਿੱਤ ਗਏ। ਸਰਕਾਰ ਹਾਈ ਕੋਰਟ ਚਲੀ ਗਈ, ਉਹ ਹਾਈ ਕੋਰਟ 'ਚੋਂ ਜਿੱਤ ਗਏ। ਜਦੋਂ ਦੋ ਥਾਵਾਂ ਤੋਂ ਜਿੱਤ ਗਏ, ਸਰਕਾਰ ਨੂੰ ਉਹਨਾਂ ਦਾ ਹੱਕ ਮੰਨਣਾ ਚਾਹੀਦਾ ਸੀ। ਨਰਿੰਦਰ ਮੋਦੀ ਸਰਕਾਰ ਨੇ ਉਹ ਕੇਸ ਸੁਪਰੀਮ ਕੋਰਟ 'ਚ ਪਹੁੰਚਾ ਦਿੱਤਾ। ਹੁਣ ਸੁਪਰੀਮ ਕੋਰਟ ਵਿੱਚ ਕੇਸ ਲੜਨਾ ਹੋਵੇ, ਸਰਕਾਰ ਦੇ ਤਾਂ ਆਪਣੇ ਵਕੀਲ ਨੇ। ਜੀ ਕਿਸਾਨਾਂ ਨੇ ਵਕੀਲ ਕਰਨਾ ਹੋਵੇ ਤੇ ਸੁਪਰੀਮ ਕੋਰਟ ਦਾ ਚੰਗਾ ਵਕੀਲ, ਇੱਕ ਦਿਨ ਦੇ ਜਿਹੜਾ ਟੌਪ ਦਾ ਵਕੀਲ ਆ, ਉਹ 30 ਲੱਖ ਰੁਪਏ ਇੱਕ ਪੇਸ਼ੀ ਦੇ ਲੈਂਦਾ, ਭਾਵੇਂ ਜਾਂਦਿਆਂ ਸਾਰੀ ਉਸੇ ਵੇਲੇ ਕਹਿ ਦੇਣ ਜੀ ਨਵੀਂ ਤਰੀਕ ਪੈ ਗਈ ਹੈ। ਜਿਹੜੇ ਦਰਮਿਆਨੇ ਵਕੀਲ ਨੇ ਉਹ 15 ਕੁ ਲੱਖ ਲੈਂਦੇ ਨੇ। ਜਿਹੜੇ ਆਮ ਵਕੀਲ ਆ ਉੱਥੇ ਵੀ ਇੱਕ ਪੇਸ਼ੀ ਦਾ 5-5 ਲੱਖ ਰੁਪਇਆ ਲੈ ਰਹੇ। ਇਹ ਕਿਸਾਨ ਵਿਚਾਰੇ ਇੰਨੇ ਪੈਸੇ ਦੇ ਕੇ ਸੁਪਰੀਮ ਕੋਰਟ 'ਚ ਕੇਸ ਕਿੱਦਾਂ ਕਰ ਸਕਦੇ? ਇਹ ਉੱਥੇ ਮੁਕਾਬਲਾ ਨਹੀਂ ਕਰ ਸਕਦੇ। ਜੀ ਇਹਨਾਂ ਦੇ ਕੋਲ ਲੈ ਦੇ ਕੇ 1-2 ਵਕੀਲ ਨੇ ਜਿਹੜੇ ਲਿਹਾਜੀ ਤੌਰ 'ਤੇ ਕੇਸ ਲੜਦੇ ਪਏ ਨੇ। ਪਰ ਉਹਦੇ ਤੋਂ ਬਾਅਦ ਉੱਤਰਾਖੰਡ 'ਚ ਵੀ ਸਮੱਸਿਆ ਆਈ, ਫਿਰ ਯੂਪੀ 'ਚ ਆ ਗਈ ਹੈ, ਪਹਿਲਾਂ ਮੱਧ ਪ੍ਰਦੇਸ਼ 'ਚ ਆਈ ਸੀ। ਜੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਰਿਆਂ ਥਾਵਾਂ 'ਤੇ ਉੱਥੇ ਸਮੱਸਿਆ ਆ ਰਹੀ ਹੈ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ। ਇਹ ਭਾਜਪਾ ਦੀਆਂ ਸਰਕਾਰਾਂ ਪਤਾ ਨਹੀਂ ਕਿਉਂ ਪੰਜਾਬੀ ਕਿਸਾਨਾਂ ਦੇ ਕਿਉਂ ਮਗਰ ਪਈਆਂ ਨੇ। ਆਹ ਹੁਣ ਜਿਹੜਾ ਤਾਜ਼ਾ ਕੇਸ ਬਜਨੌਰ ਦਾ ਆਇਆ ਅੱਜ ਸਾਹਮਣੇ, ਜੇ ਗੱਲ ਜਿੱਦਾਂ ਆਈ ਹੈ ਸਾਰੀ, ਇਹਨੇ ਮੈਨੂੰ ਸਹੀ ਹੋਵੇ, ਕਿਉਂਕਿ ਅਸੀਂ ਵੀ ਅੱਜ ਸਵੇਰੇ ਹੀ ਅਖਬਾਰਾਂ 'ਚ ਪੜ੍ਹੀ ਹੈ। ਜੀ ਜੇ ਇਹਨੇ ਮੈਨੂੰ ਸਹੀ ਹੋਵੇ ਤੇ ਫਿਰ ਅਕਾਲੀ ਪਾਰਟੀ ਜਿਹੜੀ ਭਾਜਪਾ ਦੀ ਭਾਈਵਾਲ ਹੈ, ਪੰਜਾਬ ਵਿੱਚ ਵੀ ਸਾਂਝੀਆਂ ਚੋਣਾਂ ਲੜਦੇ ਆ। ਦਿੱਲੀ ਵਿੱਚ ਵੀ ਕੇਂਦਰ ਸਰਕਾਰ ਤੋਂ ਇੱਕ ਝੁੰਗੇ 'ਚ ਵਜ਼ੀਰੀ ਉਹਨਾਂ ਨੂੰ ਮਿਲੀ ਹੈ। ਝੁੰਗੇ 'ਚ ਇਸ ਕਰਕੇ ਕਿ ਮੀਆਂ ਬੀਵੀ ਦੋ ਹੀ ਤਾਂ ਪਾਰਲੀਮੈਂਟ ਮੈਂਬਰ ਨੇ, ਤੀਜਾ ਇਹਨਾਂ ਦੇ ਨਾਲ ਹੈ ਕੋਈ ਨਹੀਂ। ਤੇ ਦੋ 'ਚੋਂ ਇੱਕ ਨੂੰ ਮੰਤਰੀ ਬਣਾ ਦਿੱਤਾ। ਮੰਤਰਾਲਾ ਸੁੱਖ ਸਾਂਝ ਹੀ ਆ, ਪਰ ਕੈਬਨਿਟ ਦੇ ਮੰਤਰੀ ਦਾ ਦਰਜਾ ਦਿੱਤਾ ਹੀ ਹੈ ਨਾ। ਜੀ ਤੇ ਜੇ ਉੱਥੇ ਬੈਠੇ ਆ, ਜਾਂ ਤਾਂ ਸਾਫ਼ ਕਹਿਣ ਜੀ ਅਸੀਂ ਸਿਰਫ ਵਜ਼ੀਰੀ ਤੱਕ ਸਹਿਮਤ ਹੈ, ਤੇ ਜੇ ਵਜ਼ੀਰੀ ਤੱਕ ਨਹੀਂ ਤੇ ਕਿਸਾਨਾਂ ਦੇ ਹੱਕ ਵਿੱਚ ਨਾ ਇਹਨਾਂ ਨੇ ਮੱਧ ਪ੍ਰਦੇਸ਼ 'ਚ ਨਾ ਹਾਂ ਦਾ ਨਾਰਾ ਮਾਰਿਆ, ਨਾ ਗੁਜਰਾਤ 'ਚ ਮਾਰਿਆ, ਤੇ ਜੇ ਹੁਣ ਯੂਪੀ ਵਿੱਚ ਵੀ ਇਹ ਨਹੀਂ ਬੋਲਦੇ ਤੇ ਲੋਕ ਕੀ ਸਮਝਣਗੇ? ਜੀ ਸੁਖਬੀਰ ਸਿੰਘ ਬਾਦਲ ਤੇ ਕਹਿੰਦੇ ਅਸੀਂ ਯੂਪੀ 'ਚ ਜਾ ਕੇ ਤੇ ਵਿਧਾਨ ਸਭਾ ਦੀਆਂ ਚੋਣਾਂ ਲੜਦੀਆਂ। ਉਹ ਚੋਣਾਂ ਕਿਹਦੇ ਵਾਸਤੇ ਲੜਦੀਆਂ, ਕਾਹਦੇ ਲਈ ਲੜਦੀਆਂ? ਇੱਥੇ ਦਖਲ ਦੇਣਾ ਚਾਹੀਦਾ, ਪੰਜਾਬ ਸਰਕਾਰ ਨੂੰ ਵੀ ਦੇਣਾ ਚਾਹੀਦਾ, ਕਿਉਂਕਿ ਉਹ ਪੰਜਾਬ ਤੋਂ ਗਏ ਕਿਸਾਨ ਹੈ, ਇਕੱਲੇ ਸਿੱਖ ਨਹੀਂ, ਗੈਰ ਸਿੱਖ ਕਿਸਾਨ ਵੀ ਆ। ਜੀ ਤੇ ਇਹਦੇ ਵਿੱਚ ਅਕਾਲੀ ਦਲ ਨੂੰ ਤੇ ਬਾਕੀ ਪਾਰਟੀਆਂ ਨੂੰ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਜੀ ਪੰਨੂ ਸਾਹਿਬ, ਨਿਹੰਗ ਸਿੰਘਾਂ ਦਾ ਇੱਕ ਦਲ ਆ, ਵੱਡਿਆਂ ਦੇ ਗੁਜ਼ਰ ਜਾਣ ਤੋਂ ਬਾਅਦ ਪਰਿਵਾਰ ਵਿੱਚ ਝਗੜਾ ਹੋ ਗਿਆ, ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵੀ ਪੁੱਜਾ ਤੇ ਅਦਾਲਤ ਵਿੱਚ ਵੀ। ਪੂਰਾ ਸਮਝਾਓ ਜੀ ਕੀ ਮਾਮਲਾ ਹੈ। ਦੇਖੋ, ਸਿੱਖ ਇਤਿਹਾਸ ਦੇ ਵਿੱਚ ਬਾਬਾ ਬਿਧੀ ਚੰਦ ਦਾ ਬਹੁਤ ਸਤਿਕਾਰ ਹੈ। ਜੀ ਗੁਰੂ ਸਾਹਿਬ ਦਾ ਅਨੰਨ ਸੇਵਕ ਸੀ, ਬੜਾ ਹਿੰਮਤ ਵਾਲਾ, ਬਹੁਤ ਜੁਰਤ ਵਾਲਾ ਸੀ, ਉਹਦਾ ਨਾਮ ਬਹੁਤ ਉੱਚਾ।
ਇੱਥੇ ਨਿਹੰਗ ਸਿੰਘਾਂ ਦੇ ਜਿੰਨੇ ਦਲ ਬਣੇ ਨੇ ਉਹਨਾਂ 'ਚੋਂ ਪ੍ਰਮੁੱਖ ਤਾਂ ਬੁੱਢਾ ਦਲ ਹੈ, ਪਟਿਆਲੇ 'ਚ ਹੈਡਕੁਆਟਰ। ਪਰ ਇਹ ਤੋਂ ਇਲਾਵਾ ਤਰਨਾ ਦਲ ਨੇ ਜੀ। ਤਰਨ ਕਹਿੰਦੇ ਆ ਹਿੰਦੀ 'ਚ ਜਵਾਨ ਨੂੰ, ਉਹ ਬੁੱਢਾ ਦਲ ਹੈ। ਉਹਦੇ ਤੋਂ ਜਵਾਨ ਦਲ ਜਿਹੜੇ ਬਣੇ ਸੀ, ਤਰਨਾ ਦਲ ਬਣਿਆ ਸੀ, ਉਹਦੇ ਅੱਗੋਂ ਕਈ ਗਰੁੱਪ ਨੇ। ਇੱਕ ਦਲ ਬਾਬਾ ਬਕਾਲਾ, ਇੱਕ ਦਲ ਹਰੀਆਂ ਵੇਲਾਂ ਜੀ। ਇੱਦਾਂ ਕਈ ਨੇ। ਅਤੇ ਉਹਨਾਂ ਵਿੱਚੋਂ ਇੱਕ ਦਲ ਬਾਬੇ ਬਿਧੀ ਚੰਦ ਦੇ ਨਾਂ 'ਤੇ ਚੱਲਦਾ। ਉਹ ਜਦੋਂ ਤਰਨਤਾਰਨ ਜਾਈਏ, ਬਾਬੇ ਬੁੱਢੇ ਦੇ ਝਬਾਲ ਦੇ ਅਤੇ ਭਿੱਖੀਵਿੰਡ ਦੇ ਵਿਚਾਲੇ ਸੁਰ ਸਿੰਘ ਆਉਂਦਾ, ਸੁਰ ਸਿੰਘ ਪਿੰਡ ਤੋਂ ਚੱਲਦਾ। ਜੀ। ਇਹ ਸੁਰ ਸਿੰਘ ਪਿੰਡ ਸਾਡੇ ਪ੍ਰਮੁੱਖ ਲੇਖਕ ਵਰਿਆਮ ਸੰਧੂ ਦਾ ਪਿੰਡ ਵੀ ਹੈ, ਅਤੇ ਇਹ ਪਹਿਲਵਾਨ ਕਰਤਾਰ ਦਾ ਪਿੰਡ ਵੀ ਹੈ। ਜੀ। ਉਸ ਪਿੰਡ ਦੇ ਵਿੱਚੋਂ ਇਹ ਦਲ ਚੱਲਦਾ। ਇਹਨਾਂ ਦੇ ਮੁਖੀ ਹੁੰਦੇ ਸਨ ਬਾਬਾ ਦਇਆ ਸਿੰਘ, ਬੜਾ ਸਤਿਕਾਰ ਸੀ ਲੋਕਾਂ 'ਚ, ਸਿੱਖਾਂ ਦੇ ਵਿੱਚ ਉਹਨਾਂ ਦਾ। ਉਹ ਚਲਾਣਾ ਕਰ ਗਏ। ਉਸ ਤੋਂ ਬਾਅਦ 2 ਪੁੱਤਰ ਨੇ, ਇੱਕ ਧੀ ਹੈ। ਧੀ ਤਾਂ ਕੁਝ ਮੰਗਦੀ ਨਹੀਂ, ਉਹ ਤਾਂ ਦੋਵੇਂ ਭਰਾਵਾਂ ਦੀ ਸਿਰਫ ਸੁੱਖ ਮੰਗਦੀ ਹੈ। ਜੀ। ਮਾਂ ਜੇ ਜਿੰਦਾ, ਪੁੱਤਰ ਦੋਵੇਂ ਜਿਹੜੇ ਆ ਉਹਨਾਂ ਦਾ ਆਪੋ 'ਚ ਝਗੜਾ ਪੈ ਗਿਆ। ਇੱਕ ਪੁੱਤਰ ਨੂੰ ਬਾਬਾ ਜੀ ਤੋਂ ਬਾਅਦ ਪੱਗ ਬਣਾਈ ਗਈ, ਸਰਬਸੰਮਤੀ ਨਾਲ ਦਸਤਾਰ ਬਣਾਈ ਗਈ, ਉਹਨੂੰ ਦਲ ਦਾ ਮੁਖੀ ਬਣਾ ਦਿੱਤਾ ਗਿਆ। ਉਹਦੇ ਕੋਲ ਸਾਰੇ ਪੰਜਾਬ ਵਿੱਚ, ਪੰਜਾਬ ਤੋਂ ਬਾਹਰ ਵੀ ਨਿਹੰਗ ਸਿੰਘਾਂ ਦੇ ਕਾਫੀ ਡੇਰੇ ਨੇ ਜੀ। ਅਤੇ ਜ਼ਮੀਨਾਂ ਬਹੁਤ ਨੇ, ਉਹ ਸਾਰੀ ਜਾਇਦਾਦ ਹੈ। ਦੂਸਰੇ ਕੋਲ ਥੋੜ੍ਹੀ ਜਿਹੀ ਜਾਇਦਾਦ ਅਤੇ ਨਾਲ ਪੱਟੀ ਦਾ ਗੁਰਦੁਆਰਾ ਭੱਟ ਸਾਹਿਬ ਦੱਸਦੇ ਆ ਕਿ ਉਹਦੇ ਕੋਲ। ਹੁਣ ਉਹ ਕੀ ਕਹਿੰਦੇ ਆ ਕਿ ਗੁਰਦੁਆਰਾ ਭੱਟ ਸਾਹਿਬ ਵੀ ਅਸੀਂ ਛਡਾਉਣਾ, ਉਹਦਾ ਕਾਰਨ ਕੀ ਆ? ਉਹ ਕਹਿੰਦੇ ਜੀ ਬਾਬਾ ਜੀ ਦੇ ਜਿਹੜੀ ਨਿੱਜੀ ਜਾਇਦਾਦ ਸੀ ਜੀ, ਉਹ ਤਾਂ 2 ਭਰਾਵਾਂ 'ਚ ਬਰਾਬਰ ਵੰਡੀ ਗਈ ਹੈ, ਪਰ ਜਿਹੜਾ ਗੁਰਦੁਆਰਾ ਭੱਟ ਸਾਹਿਬ ਨਿੱਜੀ ਜਾਇਦਾਦ ਨਹੀਂ ਸੀ, ਇਹ ਨਹੀਂ ਵੰਡਿਆ ਜਾ ਸਕਦਾ, ਇਹ ਕਿਸੇ ਪੁੱਤ ਨੂੰ ਨਹੀਂ ਦਿੱਤਾ ਜਾ ਸਕਦਾ। ਇਹ ਜਿਹੜਾ ਵਾ ਇਹ ਦਲ ਦੀ ਜਾਇਦਾਦ ਹੈ, ਇਸ ਕਰਕੇ ਉਸ ਪਰ ਭਰਾ ਕੋਲ ਆਉਣਾ ਚਾਹੀਦਾ ਜਿਹੜਾ ਇਸ ਵੇਲੇ ਦਲ ਦਾ ਮੁਖੀ ਬਣਾਇਆ ਗਿਆ। ਜੀ। ਉਹਦੇ ਉੱਤੇ 2-3 ਥਾਵਾਂ ਦੇ ਉੱਤੇ ਝਗੜਾ ਹੋਇਆ, ਕੁੱਟਮਾਰ ਹੋਈ, ਬਹੁਤ ਕੁਛ ਹੋਇਆ। ਪੱਟੀ ਵਿੱਚ ਪੁਲਿਸ ਕੇਸ ਬਣਿਆ, ਸੁਰ ਸਿੰਘ 'ਚ ਬਣਿਆ, ਝਬਾਲ 'ਚ ਬਣਿਆ। ਅੱਜ ਹੁਣ ਪਤਾ ਲੱਗਾ ਕਿ ਉਹਨਾਂ ਦੋਵਾਂ ਭਰਾਵਾਂ ਦੀ ਮਾਤਾ ਅਕਾਲ ਤਖਤ ਸਾਹਿਬ 'ਤੇ ਚਲੀ ਗਈ ਹੈ, ਜਥੇਦਾਰ ਅਕਾਲ ਤਖਤ ਨੂੰ ਇਹ ਕਹਿਣ ਵਾਸਤੇ ਕਿ ਇੱਕ ਸਿੱਖ ਸੰਪਰਦਾ ਨਿਹੰਗ ਸਿੰਘਾਂ ਦਾ ਦਲ ਹੈ, ਉਹਦੇ ਵਿੱਚ ਇਸ ਤਰ੍ਹਾਂ ਦਾ ਝਗੜਾ। ਮਾਤਾ ਨੇ ਜੋ ਕੁਝ ਆਖਿਆ ਉੱਥੇ ਜਾ ਕੇ, ਜਿਹੜੀਆਂ ਰਿਪੋਰਟਾਂ ਅਖਬਾਰਾਂ 'ਚ ਆਈਆਂ, ਜੇ ਬਾਕੀ ਦੇ ਸਾਰਾ ਕੁਝ ਕੱਲ੍ਹ ਸਾਹਮਣੇ ਆਵੇਗਾ, ਉਹਦੇ ਵਿੱਚ ਜੋ ਉਹਨੇ ਆਖਿਆ ਉਹ ਤੋਂ ਲੱਗਦਾ ਕਿ ਉਹ ਕਹਿੰਦੀ ਆ ਕਿ ਜਿਹੜਾ ਦਲ ਦਾ ਮੁਖੀ ਬਣਾਇਆ ਉਹ ਦਲ ਦੇ ਮੁਖੀ ਦੇ ਤੌਰ 'ਤੇ ਸਿਦਕ ਕਰੇ। ਦੂਜੇ ਭਰਾ ਨੂੰ ਜਿੰਨੀ ਜਾਇਦਾਦ ਅੱਧੀ ਵੰਡ ਕੇ ਦਿੱਤੀ ਗਈ ਹੈ ਉਹ ਨਾਲ ਗੁਰਦੁਆਰਾ ਭੱਟ ਸਾਹਿਬ ਰਹਿਣ ਦੇ। ਹੁਣ ਅਕਾਲ ਤਖਤ ਦਾ ਜਥੇਦਾਰ ਕੀ ਕਰਦਾ, ਕੀ ਨਹੀਂ ਕਰਦਾ, ਜਾਂ ਕਿ ਕੁਝ ਕਰਦਾ ਹੀ ਨਹੀਂ। ਜੀ। ਕਿਉਂਕਿ ਅਕਾਲ ਤਖਤ ਦਾ ਜਥੇਦਾਰ, ਉਹਦਾ ਤਾਂ ਇਸ ਵੇਲੇ ਲੱਗਦਾ ਕਿ ਸਾਰਾ ਧਿਆਨ ਲੱਗਾ ਪਿਆ ਕਿ ਅਜੇ ਤੱਕ ਕਾਰਜਕਾਰੀ ਜਾਂ ਪੱਕੇ ਕਿੱਦਾਂ ਹੋਣਾ। ਜੇ ਪੱਕੇ ਹੋਣ ਤੇ ਨਾ ਹੋਵੇ ਤੇ ਜਿੱਦਾਂ ਦੀ ਬਿਆਨਬਾਜ਼ੀ ਉਹ ਪਿਛਲੇ ਦਿਨਾਂ 'ਚ ਦੇ ਰਿਹਾ, ਕਰ ਰਿਹਾ, ਜਿੱਦਾਂ ਚੁੱਪ ਚਪੀਤੇ ਸਾਬਕਾ ਜਥੇਦਾਰ ਨਾਲ ਮੀਟਿੰਗਾਂ ਕਰ ਰਿਹਾ। ਜੀ। ਇਹ ਅਕਾਲ ਤਖਤ ਦਾ ਜਥੇਦਾਰ ਜਦੋਂ ਆਇਆ ਤੇ ਪਿਛਲੇ ਸਾਲ ਦੇ ਕਾਰਜਕਾਰੀ ਜਥੇਦਾਰ ਬਣਨ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਆਖਿਆ ਸੀ ਵਿਦਵਾਨ ਆਦਮੀ ਹੈ, PhD ਕਰਦਾ ਪਿਆ ਸੀ, ਇੱਥੇ ਆ ਗਿਆ, PhD ਸਾਰੀ ਕਰ ਲਈ ਆ, ਇੱਕ ਸਿਰਫ ਵਾਈਵਾ ਰਹਿੰਦਾ, ਬਹੁਤ ਸਿਆਣਾ ਮੰਨਿਆ ਗਿਆ ਸੀ। ਪਰ ਪਿਛਲੇ ਦਿਨਾਂ 'ਚ ਜਿਵੇਂ ਇਹਨੇ ਉੱਗੜ ਤੁੱਗੜ ਕਦਮ ਚੁੱਕੇ ਆ, ਇੱਕ ਕਦਮ ਦੂਜੀ ਨਾਲ ਮਿਲਦਾ ਹੀ ਨਹੀਂ। ਉਹਨੂੰ ਵੇਖਦਿਆਂ ਤਾਂ ਲੱਗਦਾ ਕਿ ਹੁਣ ਸੁਰ ਸਿੰਘ ਵਾਲੇ ਵੀ ਐਵੇਂ ਉੱਥੇ ਚਲੇ ਗਿਆ, ਇਹਨੇ ਕੋਈ ਮਸਲਾ ਕਿਸੇ ਪਾਸੇ ਲਾਉਣਾ ਹੀ ਨਹੀਂ। ਉਹ ਮਸਲਾ ਕਿਸੇ ਪਾਸੇ ਲਾਉਂਦਾ ਹੀ ਨਹੀਂਗਾ ਜੀ। ਕਿਉਂਕਿ ਮਸਲਾ ਲਾਉਣ ਲੱਗੇ ਤੇ 5 ਸ਼੍ਰੋਮਣੀ ਕਮੇਟੀ ਦੇ ਮੈਂਬਰ ਉੱਧਰ ਆ ਜਾਣੇ, 8 ਉੱਧਰ ਆ ਜਾਣੇ ਆ। ਅਕਾਲੀ ਦਲ ਦੇ ਪਰਿਵਾਰ ਵਿੱਚੋਂ ਮੁੱਖ ਪਰਿਵਾਰ ਜਿਹੜਾ ਅਕਾਲੀ ਦਲ ਨੂੰ ਚਲਾਉਂਦਾ, ਅਕਾਲੀ ਦਲ ਤੇ ਇਸ ਵੇਲੇ ਇੱਕ ਕੰਪਨੀ ਵਰਗਾ ਨਾ ਜੀ, ਜਿਹਨੂੰ ਇੱਕ ਪਰਿਵਾਰ ਚਲਾ ਰਿਹਾ, ਉਸ ਪਰਿਵਾਰ ਦੇ ਵੀ ਕੁਝ ਜੀਆਂ ਦਾ ਉੱਧਰ ਵਾਸਤਾ, ਕੁਝ ਦਾ ਉੱਧਰ ਵਾਸਤਾ, ਦੋਵੇਂ ਪਾਸੇ ਉਹ ਹੱਥ ਰੱਖਦੇ ਨੇ। ਤੇ ਜੇ ਉਹਨਾਂ ਤੋਂ ਪੁੱਛ ਕੇ ਚੱਲਣਾ, ਇਹ ਮਸਲਾ ਕਿਸੇ ਪਾਸੇ ਲੱਗਣਾ ਹੀ ਨਹੀਂ। ਔਰ ਇਹ ਪਹਿਲੀ ਵਾਰ ਨਹੀਂ ਹੋਇਆ। ਸਿੱਖ ਸੰਪਰਦਾਵਾਂ ਦੇ ਡੇਰਿਆਂ 'ਚ, ਕਾਰ ਸੇਵਾ ਦੇ ਡੇਰਿਆਂ 'ਚ, ਨਿਹੰਗ ਸਿੰਘਾਂ ਦੇ ਦਲਾਂ 'ਚ ਇੱਦਾਂ ਕਈ ਵਾਰ ਇਹੋ ਜਿਹੇ ਝਗੜੇ ਹੋ ਚੁੱਕੇ ਆ। ਡਰ ਇਸ ਗੱਲ ਦਾ ਕਿ ਕੱਲ੍ਹ ਨੂੰ ਕੋਈ ਖੂਨ ਖਰਾਬਾ ਹੋ ਕੇ ਕਿਸੇ ਦੀ ਜਾਨ ਨਾ ਚਲੀ ਜਾਂਦੀ ਹੋਵੇ। ਇਸ ਕਰਕੇ ਪ੍ਰਸ਼ਾਸਨ ਨੂੰ ਵੀ ਲੋੜ ਪੈਣ 'ਤੇ ਦਖਲ ਦੇਣਾ ਚਾਹੀਦਾ। ਅਕਾਲ ਤਖਤ ਦਾ ਜਥੇਦਾਰ ਵੀ ਜੇ ਕਦੇ ਮਨ ਬਣ ਹੀ ਜਾਵੇ ਤਾਂ ਉਹਨੂੰ 4 ਬੰਦੇ ਬਿਠਾ ਕੇ ਮਸਲਾ ਨਿਬੇੜਨਾ ਚਾਹੀਦਾ। ਜੀ ਬਿਲਕੁਲ। ਪਰ ਸਾਹਿਬ, ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਲਗਭਗ ਸ਼ੁਰੂ ਹੀ ਹੋ ਗਿਆ ਤੇ ਹੁਣ ਲੇਬਰ ਨਹੀਂ ਮਿਲ ਰਹੀ। ਮਜ਼ਦੂਰ ਜੇਕਰ ਮਿਲ ਰਹੇ ਆ ਤਾਂ ਉਹਨਾਂ ਨੂੰ ਦੂਰੋਂ ਲਿਆਉਣਾ ਪੈ ਰਿਹਾ। ਇਹ ਸੰਕਟ ਕਿੰਨਾ ਕੁ ਹੋਰ ਗਹਿਰਾ ਹੋ ਸਕਦਾ? ਸੰਕਟ ਤਾਂ ਅੱਗੇ ਵੀ ਹਰ ਸਾਲ ਆਉਂਦਾ ਸੀ, ਪਰ ਇਸ ਵਾਰੀ ਜ਼ਿਆਦਾ ਇਸ ਕਰਕੇ ਹੈ ਕਿ ਬਹੁਤ ਸਾਰੇ ਮਜ਼ਦੂਰ ਜਿਹੜੇ ਸ਼ਹਿਰਾਂ 'ਚ ਕੰਮ ਕਰਦੇ ਸੀ, ਜੀ, ਸੀਜ਼ਨ ਆਇਆ ਤੋਂ ਪਿੰਡਾਂ 'ਚ ਵੀ ਕੰਮ ਕਰਨ ਜਾਂਦੇ ਸੀ। ਸਾਰੇ ਨਹੀਂ, ਪਰ ਬਹੁਤ ਸਾਰੇ। ਉਹ ਇਸ ਵਾਰੀ ਸੰਕਟ ਦੇ ਸਮੇਂ ਉਹਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਉਹ ਪੈਦਲ ਤੁਰ ਤੁਰ ਕੇ ਵੀ ਯੂਪੀ ਬਿਹਾਰ ਨੂੰ ਚਲੇ ਗਿਆ ਤੇ ਹੁਣ ਆਉਣ ਨੂੰ ਤਿਆਰ ਨਹੀਂ। ਜੀ। ਜਿਹੜੇ ਆਉਂਦੇ ਆ ਉਹਨਾਂ ਤੋਂ ਬੱਸਾਂ ਵਾਲੇ ਇੰਨਾ ਕਿਰਾਇਆ ਲੈ ਰਹੇ, 4 ਗੁਣਾ 5 ਗੁਣਾ।
ਵੀ ਉਹ ਇੰਨਾ ਕਿਰਾਇਆ ਦੇ ਕੇ ਇੱਥੇ ਆਉਣ ਤੇ ਕਮਾਉਣਗੇ ਕੀ। ਕਿਸਾਨ ਕਹਿੰਦੇ ਆ ਜੀ ਇਹ ਸਾਰਾ ਕਿਰਾਇਆ ਵੀ ਦੇਣ ਨੂੰ ਤਿਆਰ ਆ, ਉਹ ਆਉਣਗੇ ਵੀ ਤਾਂ ਘੱਟ ਆਉਣੇ ਆ। ਇੱਥੇ ਜਿਹੜੇ ਪਿੰਡਾਂ ਵਿੱਚ ਜਿਹੜੇ ਮਜ਼ਦੂਰ ਨੇ, ਪੇਂਡੂ ਮਜ਼ਦੂਰ ਨੇ ਜੀ, ਉਹ ਕਿਸੇ ਵਕਤ ਹੁੰਦੀਆਂ ਸੀ ਭਾਈਚਾਰਕ ਸਾਂਝਾਂ, ਹੁਣ ਉਦਾਂ ਦੀਆਂ ਨਹੀਂ ਰਹਿ ਗਈਆਂ। ਹੁਣ ਉਹਨਾਂ ਨੇ ਵੇਖਿਆ ਜੀ ਪਿਛਲੇ ਸਾਲਾਂ 'ਚ ਤੁਸੀਂ ਲਿਆਉਂਦੇ ਸੀ ਯੂਪੀ ਤੇ ਬਿਹਾਰ ਤੋਂ ਮਜ਼ਦੂਰ, ਸਾਨੂੰ ਤਾਂ ਪੁੱਛਿਆ, ਤੇ ਜੇ ਨਹੀਂ ਪੁੱਛਿਆ ਤੇ ਇਸ ਵੇਲੇ ਅਸੀਂ ਮਰਜ਼ੀ ਦਾ ਰੇਟ ਲਵਾਂਗੇ। ਕਿਸਾਨ ਕਹਿੰਦੇ ਆ ਕਿ ਅਸੀਂ ਤਾਂ ਉਦੋਂ ਵੀ ਤੁਹਾਨੂੰ ਦੇਣ ਨੂੰ ਤਿਆਰ ਸੀ, ਤੁਹਾਡੇ ਤੋਂ ਹੀ ਰੇਟ ਵੱਧ ਮੰਗਦੇ ਸੀ। ਇਹ ਦੋਵੇਂ ਤਰ੍ਹਾਂ ਆਪੋ ਆਪਣੀ ਥਾਂ 'ਤੇ ਖੜੀਆਂ। ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਗੱਲ ਦਾ ਰੇਟ ਕਾ ਪਿਆ, ਕਿਸਾਨ ਪੈਸੇ ਘੱਟ ਦੇਣਾ ਚਾਹੁੰਦੇ ਆ, ਉਹ ਵੱਧ ਮੰਗਦੇ। ਔਰ ਇਹਦਾ ਵੀ ਫਰਕ ਵੇਖੋ, ਆ ਦੁਆਬੇ ਦੇ ਵਿੱਚ ਇੱਥੇ ਰੇਟ ਵੱਧ ਆ 5000 ਤੇ 4000 ਦਾ ਝਗੜਾ, ਉਹ ਕਹਿੰਦੇ ਅਸੀਂ 5000 ਲੈਣਾ, ਕਿਸਾਨ ਕਹਿੰਦੇ 4000 ਦੇਣਾ। ਮਾਲਵੇ ਦੇ ਵਿੱਚ ਇੱਕ ਪਿੰਡ ਵਿੱਚ ਉਹਨਾਂ ਨੇ ਆਖਿਆ ਅਸੀਂ 3300 ਲੈਣਾ, ਤੇ ਕਿਸਾਨਾਂ ਨੇ ਮਤਾ ਪਾਸ ਕਰਤਾ ਕਿ ਅਸੀਂ 2500 ਦੇਣਾ। ਕਿੱਥੇ 5000 ਤੇ 4000, ਕਿੱਥੇ 3300 ਤੇ 2500। ਉਹਨਾਂ ਦਾ 3300 2500 ਦੇ ਉੱਤੇ ਝਗੜਾ ਹੋ ਰਿਹਾ, ਔਰ ਕਿਸਾਨ ਕਹਿੰਦੇ ਅਸੀਂ ਇਹਨਾਂ ਨਹੀਂ ਦੇਣਾ। ਉਹਨਾਂ ਨੇ ਇੱਥੋਂ ਤੱਕ ਕੀਤਾ ਕਿ ਇੱਕ ਮਤਾ ਪਾਸ ਕਰਕੇ ਕਹਿਤਾ ਕਿ ਕਿਸਾਨਾਂ 'ਚੋਂ ਜਿਹੜਾ 3300 ਦੇਊਗਾ, ਜਿਹੜਾ ਵੱਧ ਪੈਸੇ ਦੇਊਗਾ, ਉਹਦਾ ਸਾਰੇ ਸਮਾਜ 'ਚ ਬਾਈਕਾਟ ਕਰ ਦੇਣਾ। ਦੂਸਰੇ ਪਾਸੇ ਉਹਨਾਂ ਕਰਤਾ ਜਿਹੜਾ ਘੱਟ ਪੈਸਿਆਂ 'ਤੇ ਗਿਆ ਉਹਦਾ ਅਸੀਂ ਸਮਾਜੀ ਬਾਈਕਾਟ ਕਰ ਦਿਆਂਗੇ। ਇਹ ਮੈਂ ਆਪਣੇ ਬਚਪਨ ਤੋਂ ਲੈ ਕੇ ਵੇਖਦਾ ਆਇਆ, ਇਹਨਾਂ ਗੱਲਾਂ ਦੇ ਉੱਤੇ ਬੜੀ ਵਾਰ ਝਗੜੇ ਹੋਏ, ਬੜੀ ਵਾਰ ਗੋਲੀਆਂ ਵੀ ਚੱਲੀਆਂ, ਬੰਦੇ ਵੀ ਮਰਦੇ ਰਹੇ। ਇੱਕ ਆਮ ਗੱਲ ਹੁੰਦੀ ਸੀ ਕਿ ਪਿੰਡਾਂ ਦੇ ਵਿੱਚ ਜੇ ਇਸ ਤਰ੍ਹਾਂ ਦਾ ਬਾਈਕਾਟ ਹੋ ਜਾਵੇ ਤੇ ਫਿਰ ਕਿਸਾਨ ਪਹਿਲੀ ਗੱਲ ਇਹ ਕਹਿੰਦੇ ਹੁੰਦੇ ਸੀ ਮਜ਼ਦੂਰਾਂ ਨੂੰ, ਚੰਗਾ ਫਿਰ ਖੇਤਾਂ 'ਚ ਜੰਗਲ ਪਾਣੀ ਕਿੱਥੇ ਜਾਓਗੇ, ਔਰ ਬੰਦ ਕਰ ਦਿੰਦੇ ਹੁੰਦੇ ਸੀ। ਇੱਥੋਂ ਤੱਕ ਵੀ ਹੁੰਦਾ ਰਿਹਾ। ਇਸ ਵਾਰੀ ਸੁੱਖ ਇਹ ਆ ਕਿ ਅਜੇ ਤੱਕ ਇਹ ਨੌਬਤ ਨਹੀਂ ਆਈ, ਅਜੇ ਕਸ਼ਮਕਸ਼ ਚੱਲਦੀ ਪਈ ਆ, ਉਹ ਝਗੜਾ ਚੱਲਦਾ ਪਿਆ। ਜਿਹੜੇ ਸਰਕਾਰੀ ਅਧਿਕਾਰੀ ਆ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਵੀ ਪਿੰਡ ਵਿੱਚ ਇਹੋ ਜਿਹਾ ਹੋਵੇ, ਫੜ ਬਾਂਹ ਫੜਾ ਬਾਂਹ, ਇੱਕ ਦੂਸਰੇ ਨੂੰ ਨੇੜੇ ਕਰਕੇ ਕੋਈ ਨਾ ਕੋਈ ਰਾਹ ਕੱਢਣਾ ਚਾਹੀਦਾ, ਤਾਂ ਕਿ ਝੋਨਾ ਵੀ ਲੱਗ ਜਾਵੇ, ਪਿੰਡਾਂ 'ਚ ਭਾਈਚਾਰਕ ਵੀ ਸਾਂਝ ਬਣੀ ਰਵੇ। ਜੇ ਇਸ ਮੌਕੇ 'ਤੇ ਸਥਿਤੀ ਨਾ ਸੰਭਾਲੀ ਗਈ ਤੇ ਫਿਰ ਪਿੰਡਾਂ ਵਿੱਚ ਉਹ ਜਾਤਵਾਦ ਦੇ ਨਾਂ ਦੇ ਉੱਤੇ ਝਗੜੇ ਸ਼ੁਰੂ ਹੋ ਸਕਦੇ ਆ। ਇਹ ਸਥਿਤੀ ਲੇਟ ਨਹੀਂ ਕਰਨਾ ਚਾਹੀਦਾ, ਵੇਲੇ ਸਿਰ ਸੰਭਾਲਣੀ ਚਾਹੀਦੀ। ਜੀ ਬਿਲਕੁਲ। ਪੰਨ ਸਾਹਿਬ ਤੁਸੀਂ ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।